ਤੁਸੀਂ ਕੈਨੇਡਾ ਜਾਣਾ ਚਾਹ ਰਹੇ ਹੋ? ਖੜ ਜਾਓ ਇੱਕ ਵਾਰੀ, ਫਸ ਨਾ ਜਾਇਓ, ਕਿਉਂਕਿ ਸੋਸ਼ਲ ਮੀਡੀਆ ਤੇ ਨਿਊਜ਼ ਚੱਲ ਰਹੀ ਹੈ ਕਿ 3.5 ਬੈਂਡ ਦੇ ਨਾਲ ਵੀ ਕੈਨੇਡਾ ਜਾਇਆ ਜਾ ਸਕਦਾ ਹੈ। ਅਸੀਂ ਤਾਂ ਅੱਜ ਤੱਕ ਇਹੀ ਗੱਲ ਕਰਦੇ ਆਏ ਹਾਂ ਕਿ ਓਵਰਆਲ 6 ਚਾਹੀਦੇ ਨੇ, ਕਿਉਂਕਿ ਅਸੀਂ ਅੱਜ ਪਹੁੰਚੇ ਆ ਵਿਜ਼ਨ ਗਰੁੱਪ ਤੇ ਹਨੀਸ਼ ਜੀ ਵੀ ਅੱਜ ਜਿਹੜਾ ਨਾ ਥੋੜਾ ਜਿਹਾ ਮੈਨੂੰ ਟੈਨਸ਼ਨ ਚ ਲੱਗ ਰਹੇ ਨੇ ਕਿ ਪਤਾ ਨਹੀਂ ਕੀ ਪੇਪਰ ਫੜ ਕੇ ਬੈਠੇ ਹੋਏ ਨੇ ਵੀ ਕੋਈ ਨੋਟੀਫਿਕੇਸ਼ਨ ਆ ਗਈ ਕਿ ਪਤਾ ਨਹੀਂ, ਕਿਉਂਕਿ ਇਹਨਾਂ ਨੇ ਤਾਂ ਹਰ ਵਾਰੀ ਸਾਨੂੰ ਇਹੀ ਕਿਹਾ ਕਿ ਓਵਰਆਲ 6 ਚਾਹੀਦੇ ਨੇ। ਲੋਕੀ ਕਹਿਣ ਲੱਗੇ 3.5 ਬੈਂਡ ਤੇ ਵੀ ਭੇਜ ਦਾਂਗੇ, ਤਾਂ ਕੀ ਰੌਲਾ ਹੈ, ਕੀ ਪੰਗਾ ਹੈ, ਕਰੀ ਇਹਨਾਂ ਤੋਂ ਹੀ ਪੁੱਛਦੇ ਹਾਂ। ਸਰ ਕੀ ਨਵਾਂ ਪੰਗਾ ਪੈ ਗਿਆ ਇਹ ਕਿ ਸਾਰੇ ਕਹਿ ਰਹੇ ਨੇ ਕਿ 3.5 ਬੈਂਡ ਤੇ ਵੀ ਭੇਜ ਦਾਂਗੇ ਬਾਹਰ? IRCC ਨੇ 4 ਲੈਂਗੁਏਜ ਆਪਣੀਆਂ SDS ਕੈਟਾਗਰੀ ਵਿੱਚ ਲਾਂਚ ਕਰਤੀਆਂ, ਜਿੰਦੇ ਵਿੱਚ PT ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ PT ਕਰਦੇ ਆ। ਤਾਂ ਜਿਹੜੀ ਫਾਈਲਾਂ ਹੁਣ 60 PT ਤੇ ਲੱਗਣਗੇ ਉਹ SDS ਲੱਗਣਗੇ, 60 PT ਤੋਂ ਨੀਚੇ ਵਾਲਾ। ਪਰ ਉਸ ਤੋਂ ਕੁਝ ਦਿਨ ਬਾਅਦ ਹੀ IDP ਵੱਲੋਂ ਇੱਕ ਅਨਾਉਂਸਮੈਂਟ ਹੁੰਦੀ ਹੈ, ਜਿੰਦੇ ਵਿੱਚ IDP ਇੱਕ ਚੀਜ਼ ਕਹਿੰਦਾ ਪਿਆ ਹੈ ਕਿ ਜਿਹੜਾ IELTS ਹੈ ਉਹ ਹੁਣ 6 ਈਚ ਦੀ ਲੋੜ ਨਹੀਂ ਹੈਗੀ। ਤਾਂ ਇਹ ਕੀ ਚੀਜ਼ ਹੈ? IDP ਨੇ ਇੱਕ ਪ੍ਰਪੋਜ਼ਲ IRCC ਨੂੰ ਭੇਜਿਆ ਹੋਏਗਾ, ਔਰ ਹਾਲੇ ਤੱਕ ਇਹਦੇ ਉੱਤੇ IRCC ਦੇ ਵੈਬਸਾਈਟ ਤੇ ਇਹ ਚੀਜ਼, ਪਰ ਹੁੰਦਾ ਕਿ ਪੰਜਾਬ ਦੇ ਵਿੱਚ ਉਹੀ ਹੈ ਕਿ ਇੱਕ ਚੀਜ਼ ਨੂੰ ਰੋਲਾ ਪੈਂਦਾ, ਸਾਰੇ ਰੋਲਾ ਪੈ ਜਾਂਦਾ। ਉਹਦੇ ਨਾਲ ਕੀ ਹੋਇਆ, ਜਿਹੜੇ ਬੱਚੇ IELTS ਕਰ ਰਹੇ ਹੈ, ਜਿਨ੍ਹਾਂ ਦਾ 6 ਈਚ ਨਹੀਂ ਆਇਆ, IELTS ਦੀ ਤਿਆਰੀ ਕਰ ਰਹੇ ਆ ਜਾਂ PT ਕਰ ਰਹੇ ਆ, ਉਹਨਾਂ ਨੇ ਆਪਣੀ IELTS PT ਛੱਡਤੀ। ਜਿਹੜੇ ਲੋਕ TV ਦੇ ਉੱਤੇ ਆ ਕੇ ਰੋਲਾ ਪਾ ਰਹੇ ਆ ਕਿ ਤੁਸੀਂ ਦੇਖੋ ਜੀ IRCC ਦੀ ਵੱਡੀ ਅਪਡੇਟ ਆ ਗਈ ਹੈ, ਤੁਸੀਂ 2 ਚੋਂ 5.5 ਬੈਂਡ ਦੇ ਉੱਤੇ, ਨੋ ਡਾਊਟ ਕੁਛ ਨਾ ਕੁਛ IELTS ਉੱਤੇ ਚੇਂਜਸ ਆਉਣਗੀਆਂ। ਪਰ ਅਗਰ ਮੈਂ ਇਹ ਚੀਜ਼ ਕਹਾਂ ਕਿ ਤੁਸੀਂ ਯਾਰ ਓਵਰਆਲ 1 ਚੋਂ 5 ਬੈਂਡ ਦੇ ਉੱਤੇ SDS ਲਗਾ ਦੋਗੇ, ਇਹ ਸਰ ਫੋਰ ਐਗਜ਼ਾਮਪਲ ਅਗਰ ਕੋਈ ਬੱਚਾ ਜਿਹੜਾ ਐਨਰੋਲ ਕਰ ਲੈਂਦਾ ਤੇ ਉਸ ਤੋਂ ਬਾਅਦ IRCC ਵੱਲੋਂ ਇਹ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਤੇ ਉਹਦੇ ਵੀਜ਼ੇ ਤੇ ਕੀ ਅਸਰ ਹੋਏਗਾ? ਜਿਵੇਂ ਅਸੀਂ ਕਹਿੰਦੇ ਨਾ ਕਿ ਪੰਜਾਬ ਦੇ ਵਿੱਚ ਬੜੀ ਕੈਨੇਡਾ ਦੀਆਂ ਰਿਫਿਊਜ਼ਲ ਆ ਰਹੀਆਂ, ਫਿਰ ਸਾਨੂੰ ਉਹੀ ਦੇਖਣ ਨੂੰ ਮਿਲੇਗਾ। ਸਰ ਬੜੀ ਵਾਰੀ ਨਾ ਇਦਾਂ ਹੁੰਦਾ, ਕਿਉਂਕਿ ਸਾਡੇ ਨਾ ਪੰਜਾਬ ਦੇ ਵਿੱਚ ਮੋਸਟਲੀ ਜਿਹੜੇ ਲੋਕ ਨੇ ਉਹਨਾਂ ਦੀ ਮੈਂਟੈਲਿਟੀ ਹੈ ਕਿ ਆਪਾਂ ਜਾ ਕੰਸਲਟੈਂਟ ਨਾਲ ਗੱਲ ਕਰਾਂਗੇ, ਉਹਦੀ ਸੈਟਿੰਗ ਹੋਣੀ ਹੈ ਕਿ ਉਹ ਕਰਵਾ ਦੂਗਾ। ਇਦਾਂ ਦਾ ਕੁਝ ਹੁੰਦਾ? ਬਿਲਕੁਲ ਵੀ ਨਹੀਂ ਹੁੰਦਾ, ਸੁਪਨਾ ਵੀ ਨਹੀਂ ਲੈ ਸਕਦੇ ਅਸੀਂ ਤਾਂ। ਤੁਸੀਂ ਕੈਨੇਡਾ ਜਾਣਾ ਚਾਹ ਰਹੇ ਹੋ? ਖੜ ਜਾਓ ਇੱਕ ਵਾਰੀ, ਫਸ ਨਾ ਜਾਇਓ, ਕਿਉਂਕਿ ਸੋਸ਼ਲ ਮੀਡੀਆ ਤੇ ਨਿਊਜ਼ ਚੱਲ ਰਹੀ ਹੈ ਕਿ 3.5 ਬੈਂਡ ਦੇ ਨਾਲ ਵੀ ਕੈਨੇਡਾ ਜਾਇਆ ਜਾ ਸਕਦਾ ਹੈ। ਅਸੀਂ ਤਾਂ ਅੱਜ ਤੱਕ ਇਹੀ ਗੱਲ ਕਰਦੇ ਆਏ ਹਾਂ ਕਿ ਓਵਰਆਲ 6 ਚਾਹੀਦੇ ਨੇ। ਇਹ ਕੀ ਮਸਲਾ ਹੈ? ਇੱਕ ਵਾਰੀ ਜ਼ਰੂਰ ਜਿਹੜਾ ਇਹਦੇ ਪਰ ਧਿਆਨ ਰੱਖਿਓ, ਕਿਉਂਕਿ ਅਸੀਂ ਅੱਜ ਪਹੁੰਚੇ ਆ ਵਿਜ਼ਨ ਗਰੁੱਪ ਤੇ ਹਨੀਸ਼ ਜੀ ਵੀ ਅੱਜ ਜਿਹੜਾ ਨਾ ਥੋੜਾ ਜਿਹਾ ਮੈਨੂੰ ਟੈਨਸ਼ਨ ਚ ਲੱਗ ਰਹੇ ਨੇ ਕਿ ਪਤਾ ਨਹੀਂ ਕੀ ਪੇਪਰ ਫੜ ਕੇ ਬੈਠੇ ਹੋਏ ਨੇ ਵੀ ਕੋਈ ਨੋਟੀਫਿਕੇਸ਼ਨ ਆ ਗਈ ਕਿ ਪਤਾ ਨਹੀਂ, ਕਿਉਂਕਿ ਇਹਨਾਂ ਨੇ ਤਾਂ ਹਰ ਵਾਰੀ ਸਾਨੂੰ ਇਹੀ ਕਿਹਾ ਕਿ ਓਵਰਆਲ 6 ਚਾਹੀਦੇ ਨੇ। ਲੋਕੀ ਕਹਿਣ ਲੱਗੇ 3.5 ਬੈਂਡ ਤੇ ਵੀ ਭੇਜ ਦਾਂਗੇ, ਤਾਂ ਕੀ ਰੌਲਾ ਹੈ, ਕੀ ਪੰਗਾ ਹੈ, ਕਰੀ ਇਹਨਾਂ ਤੋਂ ਹੀ ਪੁੱਛਦੇ ਹਾਂ। ਸਰ ਕੀ ਨਵਾਂ ਪੰਗਾ ਪੈ ਗਿਆ ਇਹ ਕਿ ਸਾਰੇ ਕਹਿ ਰਹੇ ਨੇ ਕਿ 3.5 ਬੈਂਡ ਤੇ ਵੀ ਭੇਜ ਦਾਂਗੇ ਬਾਹਰ? ਨਹੀਂ ਸਰ, ਇਸ ਤਰ੍ਹਾਂ ਦੇਖੋ, ਜਿਹੜੀ ਕੈਨੇਡਾ ਜਿਹੜਾ ਨਾਰਮਲੀ ਹੁੰਦਾ ਕਿ ਨਾ ਕੰਸਲਟੈਂਟ ਇਹ ਵੀ ਕਹਿੰਦਾ ਬਿਨਾਂ IELTS ਤੋਂ, ਇਹ ਤਾਂ ਸਭ ਨੂੰ ਪਤਾ ਕਿ ਇੱਕ ਜੈਨੂਨ ਚੀਜ਼ਾਂ ਨਹੀਂ, ਫੇਕ ਹੈ। ਹੁਣ IRCC ਨੇ 4 ਲੈਂਗੁਏਜ ਆਪਣੀਆਂ SDS ਕੈਟਾਗਰੀ ਵਿੱਚ ਲਾਂਚ ਕਰਤੀਆਂ, ਜਿੰਦੇ ਵਿੱਚ PT ਜਿਹੜਾ ਸਭ ਤੋਂ ਇੰਪੋਰਟੈਂਟ ਪਾਰਟ ਹੈ, ਕਿਉਂਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਬੱਚੇ PT ਕਰਦੇ ਆ। ਕਿ PT ਦੇ ਵਿੱਚ ਪਹਿਲਾਂ ਨੌਨ SDS ਫਾਈਲ ਲੱਗਦੀ ਸੀਗੀ, ਹੁਣ ਉਹਨਾਂ ਨੇ ਕਹਿਤਾ 60 ਜਿਹੜਾ PT ਹੈ ਉਹ ਜਿਹੜਾ ਹੈ ਤੁਸੀਂ SDS ਕੈਟਾਗਰੀ 'ਚ ਲਗਾ ਦੂੰਗੇ, ਨਾਲ TOEFL ਵੀ ਹੈ, SELP ਵੀ ਹੈ, 4 ਲੈਂਗੁਏਜ ਹੋਰ ਐਡ ਆਨ ਕਰਤੀਆਂ IELTS ਦੇ ਨਾਲ। ਹੁਣ IELTS ਦੇ ਨਾਲ ਜਦੋਂ 60 PT ਐਡ ਕੀਤਾ, ਤਾਂ ਜਿਹੜੀ ਫਾਈਲਾਂ ਹੁਣ 60 PT ਤੇ ਲੱਗਣਗੇ ਉਹ SDS ਲੱਗਣਗੇ, 60 PT ਤੋਂ ਨੀਚੇ ਵਾਲਾ ਜਨਰਲ ਕੈਟਾਗਰੀ 'ਚ ਲੱਗੇ। ਉਸ ਤੋਂ ਬਾਅਦ ਕੀ ਹੈ, ਇਹ ਸਾਰੀ ਚੀਜ਼ਾਂ IRCC ਨੇ ਆਪਣੇ ਸਿਸਟਮ ਦੇ ਉੱਤੇ ਅਪਡੇਟ ਕੀਤੀਆਂ, ਔਰ ਇਹ ਆਲਰੇਡੀ IRCC ਦੀ ਵੈਬਸਾਈਟ ਤੋਂ ਅਸੀਂ ਇਹ ਪ੍ਰਿੰਟ ਆਊਟ ਵੀ ਲੈ ਲਿਆ। ਪਰ ਉਸ ਤੋਂ ਕੁਝ ਦਿਨ ਬਾਅਦ ਹੀ IDP ਵੱਲੋਂ ਇੱਕ ਅਨਾਉਂਸਮੈਂਟ ਹੁੰਦੀ ਹੈ, ਜਿੰਦੇ ਵਿੱਚ IDP ਇੱਕ ਚੀਜ਼ ਕਹਿੰਦਾ ਪਿਆ ਹੈ ਕਿ ਜਿਹੜਾ IELTS ਹੈ ਉਹ ਹੁਣ 6 ਈਚ ਦੀ ਲੋੜ ਨਹੀਂ ਹੈਗੀ, ਕਿ IELTS ਦੇ ਵਿੱਚੋਂ ਤੁਸੀਂ ਘੱਟ ਬੈਂਡ ਸਕੋਰ ਦੇ ਨਾਲ ਤੁਸੀਂ ਅਪਲਾਈ ਕਰ ਸਕਦੇ ਹੋ, ਔਰ ਤੁਹਾਡੇ ਓਵਰਆਲ 6 ਹੋਣੇ ਚਾਹੀਦੇ ਹੈ। ਤਾਂ ਮੈਂ ਜਿਹੜੀ IDP ਦੇ ਆਫੀਸ਼ੀਅਲ ਪੇਜ ਤੋਂ ਇੱਕ ਪ੍ਰਿੰਟ ਆਊਟ ਕੱਢ ਲਿਆ। ਇਸ ਪ੍ਰਿੰਟ ਆਊਟ ਦੇ ਵਿੱਚ ਤਾਂ ਇਹ ਵੀ ਲਿਖਿਆ ਹੋਇਆ ਕਿ ਅਗਰ ਤੁਹਾਡੇ ਰੀਡਿੰਗ ਵਿੱਚੋਂ 7 ਹੈ, ਰਾਈਟਿੰਗ ਵਿੱਚੋਂ 7.5 ਹੈ, ਲਿਸਨਿੰਗ ਵਿੱਚੋਂ 7.5 ਹੈ, ਸਪੀਕਿੰਗ ਵਿੱਚੋਂ 3 ਹੈ, ਤੁਹਾਡੇ 6.5 ਬਣ ਜਾਂਦੇ, ਤੁਸੀਂ STC 'ਚ ਆ ਜਾਂਦੇ ਹੋ। ਤਾਂ ਇਹ ਕੀ ਚੀਜ਼ ਹੈ? IDP ਨੇ ਇੱਕ ਪ੍ਰਪੋਜ਼ਲ IRCC ਨੂੰ ਭੇਜਿਆ ਹੋਏਗਾ, ਔਰ ਹਾਲੇ ਤੱਕ ਇਹਦੇ ਉੱਤੇ IRCC ਦੇ ਵੈਬਸਾਈਟ 'ਤੇ ਇਹ ਚੀਜ਼ ਅਪਡੇਟ ਨਹੀਂ ਆ ਰਹੀ। IRCC ਨੇ ਰੀਸੈਂਟਲੀ ਅਨਾਊਂਸ ਕਰਨਾ ਹੈ ਕਿ ਉਹਨਾਂ ਨੇ ਲੈਂਗੁਏਜ ਐਡ ਕਰਤੀਆਂ, ਪਰ ਹਾਲੇ ਤੱਕ ਉਹ ਚੀਜ਼ ਦੀ ਪੁਸ਼ਟੀ ਨਹੀਂ ਹੋ ਪਾ ਰਹੀ IRCC ਵੈਬਸਾਈਟ 'ਤੇ। IRCC ਵੈਬਸਾਈਟ ਸਾਨੂੰ ਇਹ ਚੀਜ਼ ਨਹੀਂ ਮਿਲ ਰਹੀ ਕਿ ਜਿਹੜਾ 6 ਈਚ ਤੋਂ ਨੀਚੇ ਅਗਰ ਲਗਾ ਦਿੰਦੇ ਆ, ਫੋਰ ਐਗਜ਼ਾਮਪਲ ਕਿਸੇ ਬੱਚੇ ਦੇ 1 ਮੋਡਿਊਲ 5.5 ਹੈ ਜਾਂ 2 ਮੋਡਿਊਲ 5.5 ਹੈ, ਬਟ ਓਵਰਆਲ 6 ਹੈ, ਉਹ SDS ਕੈਟਾਗਰੀ ਫਾਈਲ ਲੱਗੀ। ਹਾਲੇ ਤੱਕ ਇਹ ਅਨਾਊਂਸਮੈਂਟ IRCC ਪੇਜ 'ਤੇ ਨਹੀਂ ਆ ਰਹੀ। ਪਰ ਹੁੰਦਾ ਕਿ ਪੰਜਾਬ ਦੇ ਵਿੱਚ ਉਹੀ ਹੈ ਕਿ ਇੱਕ ਚੀਜ਼ ਨੂੰ ਰੋਲਾ ਪੈਂਦਾ, ਸਾਰੇ ਰੋਲਾ ਪੈ ਜਾਂਦਾ। ਉਹਦੇ ਨਾਲ ਕੀ ਹੋਇਆ, ਜਿਹੜੇ ਬੱਚੇ IELTS ਕਰ ਰਹੇ ਹੈ, ਜਿਨ੍ਹਾਂ ਦਾ 6 ਈਚ ਨਹੀਂ ਆਇਆ, IELTS ਦੀ
ਤਿਆਰੀ ਕਰ ਰਹੇ ਆ ਜਾਂ ਪੀਟੀ ਕਰ ਰਹੇ ਆ, ਉਹਨਾਂ ਨੇ ਆਪਣੀ ਆਈਲੈਟਸ ਪੀਟੀ ਛੱਡਤੀ। ਜਿਹੜੇ ਲੋਕ ਟੀਵੀ ਦੇ ਉੱਤੇ ਆ ਕੇ ਰੋਲਾ ਪਾ ਰਹੇ ਆ ਕਿ ਤੁਸੀਂ ਦੇਖੋ ਜੀ IRCC ਦੀ ਵੱਡੀ ਅਪਡੇਟ ਆ ਗਈ ਹੈ, ਤੁਸੀਂ 2 ਚੋਂ 5.5 ਬੈਂਡ ਦੇ ਉੱਤੇ, ਨੋ ਡਾਊਟ ਕੁਛ ਨਾ ਕੁਛ ਆਈਲੈਟਸ ਉੱਤੇ ਚੇਂਜਸ ਆਉਣਗੀਆਂ, ਪਰ ਹਾਲੇ ਤੱਕ ਕਨਫਰਮੇਸ਼ਨ ਨਹੀਂ ਹੈ। ਕਨਫਰਮੇਸ਼ਨ ਇਹ ਨਹੀਂ ਆਈ ਕਿ 6 ਈਚ ਜਿਹੜਾ ਹੈ ਉਹ STS ਤੋਂ ਬਾਅਦ 5.5 21 ਚੋਂ ਵੀ STS 'ਚ ਆਏਗਾ, ਹਾਲੇ ਤੱਕ ਕਨਫਰਮੇਸ਼ਨ ਨਹੀਂ ਹੈ। ਉਹ ਨਿਊਜ਼ ਆਉਣ ਦੇ ਨਾਲ ਕੀ ਹੈ, ਬੱਚੇ ਕਿ ਥੋੜ੍ਹਾ ਜਿਹਾ ਜਿਹੜਾ ਭਟਕਣ ਲੱਗ ਗਏ। ਕਲਸਰੀਅਨ ਬੱਚਿਆਂ ਨੂੰ ਇਨਰੋਲ ਕਰੀ ਜਾ ਰਹੇ ਆ, ਇਹ ਕਹਿ ਕੇ ਇਨਰੋਲ ਕਰ ਰਹੇ ਆ ਜੋ ਗਲਤ ਇਨਫੋਰਮੇਸ਼ਨ ਹੈ ਕਿ ਤੁਹਾਡੇ ਅਗਰ ਘੱਟ ਬੈਂਡ ਹੈ ਤੁਸੀਂ STS ਕੈਟਾਗਰੀ ਲਗਾ ਸਕਦੇ ਹੋ। ਤਾਂ ਬੱਚਿਆਂ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਕੈਨੇਡਾ ਦੇ ਵਿੱਚ ਜਿਹੜੀਆਂ ਅਪਡੇਸ਼ਨਸ ਆਉਂਦੀਆਂ ਉਹ ਸਾਨੂੰ IRCC ਦੀ ਵੈਬਸਾਈਟ 'ਤੇ ਜਾ ਕੇ ਚੈੱਕ ਕਰਨਾ ਚਾਹੀਦਾ ਹੈ, ਉਹਦੀ ਆਥੈਂਟਿਕ ਇਨਫੋਰਮੇਸ਼ਨ ਉੱਥੇ ਹੀ ਸਾਨੂੰ ਮਿਲੇਗੀ ਜੀ। ਸਰ ਇੱਕ ਤਾਂ ਤੁਸੀਂ ਜਿਹੜਾ ਆ ਵਰਡ ਯੂਜ਼ ਕੀਤਾ ਕਿ STS ਕੈਟਾਗਰੀ, ਇੱਕ ਤਾਂ ਇਹ ਜ਼ਰੂਰ ਸਮਝਾ ਦਿਓ ਕਿ ਇਹ ਕੀ ਚੀਜ਼ ਹੈ। ਸਰ ਦੇਖੋ, ਜਿਹੜੇ ਬੱਚੇ ਦੇ ਆਈਲੈਟਸ ਪਹਿਲਾਂ ਕੀ ਸੀਗਾ, ਜਿਹੜੇ ਬੱਚੇ ਦੇ ਆਈਲੈਟਸ ਚੋਂ 6 ਈਚ ਬੈਂਡ ਆ ਜਾਣਗੇ ਉਹ STS ਕੈਟਾਗਰੀ ਦੇ ਵਿੱਚ ਆਉਂਦਾ ਹੈ। ਜਿੰਨੇ ਵੀ ਕੈਨੇਡਾ ਦਾ ਵੀਜ਼ਾ ਅਪਲਾਈ ਕਰਨਾ ਉਹਨੂੰ ਪਤਾ ਹੁੰਦਾ ਹੈ ਕਿ 6 ਈਚ ਦੇ ਵਿੱਚ ਵੀਜ਼ਾ ਚਾਂਸਸ ਬਹੁਤ ਹੈ, ਯਾਨੀ STS ਕੈਟਾਗਰੀ ਵੀਜ਼ਾ ਚਾਂਸਸ ਬਹੁਤ ਹੈ। IDP ਔਰ ਬ੍ਰਿਟਿਸ਼ ਕੌਂਸਲ ਦੋ ਸੀਗੇ ਜਿਹੜੇ ਆਈਲੈਟਸ ਐਗਜ਼ਾਮ ਲੈਂਦੇ ਸੀ। ਬ੍ਰਿਟਿਸ਼ ਕੌਂਸਲ ਨੇ ਸਾਰਾ ਕੁਝ IDP ਨੂੰ ਹੈਂਡਓਵਰ ਕਰਤਾ, ਤਾਂ ਹੁਣ ਕੈਨੇਡੀਅਨ ਗੌਰਨਮੈਂਟ ਨੇ 4 ਲੈਂਗੁਏਜ ਹੋਰ ਜਿਹੜੀਆਂ ਉਹਨੂੰ STS ਕੈਟਾਗਰੀ ਵਿੱਚ ਲਾਂਚ ਕਰਤੀਆਂ, ਜਿੰਦੇ ਵਿੱਚ PT ਵੀ ਆ ਗਈ। ਹੁਣ STS ਦੇ ਵਿੱਚ 4 ਲੈਂਗੁਏਜ ਆਉਣ ਦੇ ਨਾਲ ਕਿਤੇ ਨਾ ਕਿਤੇ ਬੱਚਿਆਂ ਦਾ ਜਿਹੜਾ ਮਾਰਕੀਟ ਦੇ ਵਿੱਚ ਹੈ, ਜਿਹੜੇ ਆਈਲੈਟਸ ਦਾ ਸਕੋਰ ਨਹੀਂ 2-3 ਵਾਰ ਕਰ ਪਾ ਰਹੇ, ਉਹ ਡੈਫੀਨੇਟਲੀ PT ਵਾਲੇ ਪਾਸੇ ਜਾਣਗੇ। ਉਹ ਜਦੋਂ ਹੀ ਇਹ PT ਦੀ ਅਨਾਊਂਸਮੈਂਟ ਹੋਈ ਤਾਂ ਨਾਲੋਂ ਨਾਲ IDP ਨੇ ਯਾਨੀ ਆਈਲੈਟਸ ਨੇ ਵੀ ਅਨਾਊਂਸਮੈਂਟ ਕਰਤੀ ਕਿ ਜਿਹੜੇ ਤੁਸੀਂ ਘੱਟ ਬੈਂਡ ਹੈ 1 ਚੋਂ 5.5 ਹੈ, 2 ਚੋਂ 5.5 ਹੈ, 21 ਚੋਂ 5 ਉਹ STS ਕੈਟਾਗਰੀ ਵਿੱਚ ਆ ਜਾਣਗੇ, ਤੁਸੀਂ ਓਵਰਆਲ 6 ਲੈ ਲਓ। ਜਿਹੜੀ 4 ਲੈਂਗੁਏਜ ਐਡ ਆਨ ਹੈ ਉਹ IRCC ਦੇ ਪੋਰਟਲ ਤੇ ਅਪਡੇਟਡ ਹੈ, ਬਟ ਜਿਹੜਾ ਇਹ ਵਾਲੀ ਅਨਾਊਂਸਮੈਂਟ ਹੈ ਇਹ ਹਾਲੇ ਤੱਕ ਪ੍ਰਪੋਜ਼ਡ ਹੈ, ਇਹ ਹਾਲੇ ਤੱਕ ਕਨਫਰਮੇਸ਼ਨ ਨਹੀਂ ਆ ਰਹੀ ਕਿਉਂਕਿ IRCC ਦੀ ਵੈਬਸਾਈਟ ਤੇ ਨਹੀਂ ਆ ਰਹੀ। ਯੈਸ ਕੁਝ ਚੇਂਜਸ ਆਉਣਗੀਆਂ, ਪਰ IRCC ਕੀ ਅਨਾਊਂਸ ਕਰਦਾ STS ਵਿੱਚ ਕੀ ਚੇਂਜਸ ਆਣਗੀਆਂ ਹਾਲੇ ਤੱਕ ਕੋਈ ਚੀਜ਼ ਸਾਨੂੰ ਵੀ ਨਹੀਂ ਕਲੀਅਰ ਹੋ ਰਹੀ ਸਰ। ਇਹਦਾ ਮਤਲਬ ਹੈ ਕਿ ਸਿਰਫ ਜਿਹੜਾ ਹੈ ਹਜੇ ਗੱਲ ਉਹਨਾਂ ਨੇ ਪ੍ਰਪੋਜ਼ ਕੀਤੀ ਹੈ, ਗਵਰਨਮੈਂਟ ਨੂੰ ਕਿਹਾ ਹੈ ਕਿ ਅਸੀਂ ਇਹ ਚੀਜ਼ ਜਿਹੜਾ ਇਹ ਕਰਦੇ ਹਾਂ, ਤੁਸੀਂ ਅਲਾਓ ਕਰੋ। ਹਜੇ ਉਹਨਾਂ ਵੱਲੋਂ ਅਲਾਉਐਂਸ ਨਹੀਂ ਆਈ ਹੈ, ਬਟ ਬੱਚੇ ਜਿਹੜੇ ਨੇ ਉਹ ਇਸ ਚੀਜ਼ ਦਾ ਕਿਤੇ ਸ਼ਿਕਾਰ ਹੋ ਰਹੇ ਨੇ ਕਿ ਜਿਹੜੇ ਕੰਸਲਟੈਂਟ ਨੇ ਉਹ ਇਹ ਕਹਿ ਕੇ ਜਿਹੜਾ ਬੱਚਿਆਂ ਨੂੰ ਐਨਰੋਲ ਕਰ ਰਹੇ ਨੇ ਕਿ ਘੱਟ ਤੇ ਵੀ ਲਿਆਓ, ਕਿਉਂਕਿ ਉਹ IDP ਨੇ ਆਪਣੀ ਵੈਬਸਾਈਟ ਤੇ ਜਿਹੜਾ ਪਾਇਆ, IDP ਨੇ ਜਿਹੜਾ ਆਪਣੇ ਸੋਸ਼ਲ ਮੀਡੀਆ ਤੇ ਪਾਇਆ, IRCC ਵੱਲੋਂ ਅਪਡੇਟ ਨਹੀਂ ਆਈ। ਹਾਂ, IRCC ਵੱਲੋਂ ਅਪਡੇਟ ਦੇਖੋ, ਮੈਂ ਫੇਰ ਕਹਿ ਰਿਹਾ ਕੁਛ ਨਾ ਕੁਛ ਚੇਂਜਸ ਹੋਣਗੀਆਂ, ਪਰ ਅਗਰ ਮੈਂ ਇਹ ਚੀਜ਼ ਕਹਾਂ ਕਿ ਤੁਸੀਂ ਯਾਰ ਓਵਰਆਲ 1 ਚੋਂ 5 ਬੈਂਡ ਦੇ ਉੱਤੇ STS ਲਗਾ ਦੂੰਗੇ, ਇਹ ਪ੍ਰੈਕਟੀਕਲ ਪੋਸੀਬਲ ਨਹੀਂ ਹੋਣਾ। ਹੋਣ ਦੇ ਚਾਂਸਸ ਕੀ ਲੱਗ ਰਿਹਾ ਮੈਨੂੰ ਕਿ ਹੋ ਸਕਦਾ ਹੈ ਓਵਰਆਲ 6 in 1 ਮੋਡਿਊਲ STS ਕਰ ਦੇਣ, ਪਰ ਓਵਰਆਲ 6 2 ਮੋਡਿਊਲ STS ਚਾਂਸਸ ਬਹੁਤ ਘੱਟ ਹੈ। ਹੋ ਸਕਦਾ ਹੈ 6.5 not less than 5.5 in 1 ਮੋਡਿਊਲ STS ਕਰ ਦੇਣ ਕਿ ਬੱਚੇ ਦੇ ਓਵਰਆਲ 6.5 ਹੋ ਜਾਣ, 1 ਚੋਂ 5.5 ਉਹਨੂੰ, ਇਹ ਵੀ ਪ੍ਰਪੋਜ਼ਡ ਹੈ, ਹੋ ਸਕਦਾ ਹੈ, ਪਰ ਹਾਲੇ ਤੱਕ ਇਹ ਚੀਜ਼ਾਂ ਦੀ ਪੁਸ਼ਟੀ ਜਿਹੜੀ ਆ IRCC ਦੀ ਵੈਬਸਾਈਟ ਉੱਤੇ ਨਹੀਂ ਦਿਖਾ ਰਿਹਾ ਸਰ। ਸਰ ਫੋਰ ਐਗਜ਼ਾਮਪਲ ਅਗਰ ਕੋਈ ਬੱਚਾ ਜਿਹੜਾ ਐਨਰੋਲ ਕਰ ਲੈਂਦਾ ਕਿਸੇ ਕੰਸਲਟੈਂਟ ਦੀ ਗੱਲ ਸੁਣ ਕੇ ਐਨਰੋਲ ਕਰ ਲੈਂਦਾ ਤੇ ਉਸ ਤੋਂ ਬਾਅਦ IRCC ਵੱਲੋਂ ਇਹ ਪ੍ਰਪੋਜ਼ਲ ਨੂੰ ਰਿਜੈਕਟ ਕਰ ਦਿੱਤਾ ਜਾਂਦਾ ਤੇ ਉਹਦੇ ਵੀਜ਼ੇ ਤੇ ਕੀ ਅਸਰ ਹੋਏਗਾ? ਵੀਜ਼ਾ ਸਿੰਪਲ ਜੀ ਗੱਲ ਹੈ, ਰਿਜੈਕਸ਼ਨ ਦੇ ਚਾਂਸਸ ਵੱਧ ਜਾਣ, ਕਿਉਂਕਿ ਅਸੀਂ ਕਿਉਂ ਜਾ ਰਹੇ ਹਾਂ ਕੰਸਲਟੈਂਟ ਕੋਲ, ਕਿਉਂਕਿ ਸਾਡਾ ਮੋਟਿਵ ਹੈ ਕਿ ਅਸੀਂ STS ਵੀ ਲਗਾ ਲਓ। ਪ੍ਰੋਬਲਮ ਕੀ ਆ ਰਹੀ, ਕੰਸਲਟੈਂਟ ਬੱਚੇ ਨੂੰ ਇਹ ਕਹਿ ਕੇ ਇਨਰੋਲ ਕਰ ਰਹੇ ਕਿ STS ਕੈਟਾਗਰੀ 'ਚ ਤੁਹਾਡਾ ਹੋ ਜਾਏਗਾ ਕਿਉਂਕਿ ਅਨਾਊਂਸਮੈਂਟ ਆ ਗਈ ਹੈ। ਅਗਰ ਉਹ ਅਨਾਊਂਸਮੈਂਟ ਪ੍ਰੋਪਰ ਹੋਈ ਨਹੀਂ ਇੰਪਲੀਮੈਂਟੇਸ਼ਨ, ਤਾਂ ਨੈਚੁਰਲ ਗੱਲ ਹੈ ਉਹਨਾਂ ਦੇ ਵੀਜ਼ਾ ਉੱਤੇ ਬਹੁਤ ਵੱਡਾ ਇੰਪੈਕਟ ਪਏਗਾ, ਔਰ ਇਹਦੇ ਨਾਲ ਹੋਏਗਾ ਕਿ ਨੰਬਰ ਆਫ ਵੀਜ਼ਾਸ ਹਾਈ ਕਮਿਸ਼ਨ ਵੱਲੋਂ ਬਹੁਤ ਜ਼ਿਆਦਾ ਰਿਫਿਊਜ਼ਡ ਹੋਣਗੇ। ਜਿਵੇਂ ਅਸੀਂ ਕਹਿੰਦੇ ਨਾ ਕਿ ਪੰਜਾਬ ਦੇ ਵਿੱਚ ਕਹਿੰਦੇ ਬੜੀ ਕੈਨੇਡਾ ਦੀਆਂ ਰਿਫਿਊਜ਼ਲਾਂ ਆ ਰਹੀਆਂ, ਫਿਰ ਸਾਨੂੰ ਉਹੀ ਦੇਖਣ ਨੂੰ ਮਿਲੇਗਾ ਕਿ ਕੈਨੇਡਾ ਦੀਆਂ ਰਿਫਿਊਜ਼ਲਾਂ ਬੜੀਆਂ ਆ ਰਹੀਆਂ, ਕਿਉਂਕਿ ਉਹ ਬੱਚਾ ਫਿਰ ਐਲੀਜੀਬਲ ਹੀ ਨਹੀਂ ਸੀ, ਤਾਂ ਨੈਚੁਰਲ ਉਹਦਾ ਵੀਜ਼ਾ ਆਉਣਾ ਹੀ ਨਹੀਂ ਸੀਗਾ ਸਰ। ਸਰ ਰਿਫਿਊਜ਼ਲ ਦੀ ਗੱਲ ਹੋਈ ਆ ਤਾਂ ਪਤਾ ਲੱਗਿਆ ਕਿ ਤੁਸੀਂ ਲਾਸਟ ਟਾਈਮ ਜਿਹੜਾ ਇਵੈਂਟ ਕੀਤਾ ਹੈ ਕਿ 200 ਬੱਚੇ ਜਿਹੜੇ ਨੇਗੇ ਉਹਨਾਂ ਨੂੰ ਪਾਸਪੋਰਟਸ ਹੈਂਡਓਵਰ ਕੀਤੇ, ਜਿਹਦੇ ਵਿੱਚੋਂ 130 ਬੱਚੇ ਜਿਹੜੇ ਨੇ ਉਹ ਰਿਫਿਊਜ਼ਲ ਕੇਸਿਸ ਵਾਲੇ ਸੀਗੇ। ਤੁਸੀਂ ਕਿੱਦਾਂ ਕਰ ਲੈਂਦੇ ਹੋ? ਹਰ ਵਾਰ ਤੁਹਾਡੇ ਵੱਲੋਂ ਇੰਨੇ ਸਾਰੇ ਜਿਹੜੇ ਰਿਫਿਊਜ਼ ਕੇਸਿਸ ਨੇ ਉਹ ਕੀਤੇ ਜਾਂਦੇ ਨੇ ਕਲੀਅਰ, ਬੱਚਿਆਂ ਨੂੰ ਨਹੀਂ ਪਤਾ ਲੱਗਦਾ ਜਾਂ ਫਿਰ ਕੀ ਪ੍ਰੋਬਲਮ ਹੈ? ਸਮਝ ਨਹੀਂ ਲੱਗਦਾ ਸਰ। 2 ਚੀਜ਼ਾਂ ਦੇਖੋ, ਚੰਗਾ ਕਾਲਜ, ਚੰਗਾ ਕੋਰਸ, ਚੰਗਾ ਕੰਸਲਟੈਂਟ, ਇਹ ਤਿੰਨੋਂ ਚੀਜ਼ਾਂ ਬੜੀਆਂ ਇੰਪੋਰਟੈਂਟ। ਅਸੀਂ ਇਹ ਨਹੀਂ ਕਹਿੰਦੇ ਅਸੀਂ ਬਹੁਤ ਚੰਗੇ ਆ, ਮਾਰਕੀਟ ਹੀ ਬਹੁਤ ਚੰਗੇ ਕੰਸਲਟੈਂਟ ਵੀ ਬੈਠੇ ਆ। ਚੰਗਾ ਕੋਰਸ ਔਰ ਚੰਗਾ ਕਾਲਜ ਔਰ ਰਿਕੁਆਇਰਮੈਂਟ ਨੂੰ ਮੀਟ ਕਰਨਾ ਬਹੁਤ ਜ਼ਰੂਰੀ ਹੈ। ਆਪਣੇ ਪੰਜਾਬ ਦੀ ਪ੍ਰੋਬਲਮ ਕਿ ਜਦੋਂ ਬੱਚਾ ਸਕੋਰ ਬਹੁਤ ਵਧੀਆ ਲੈ ਲੈਂਦਾ, ਉਹਨੂੰ ਲੱਗਦਾ ਮੈਂ ਕਿਸੇ ਵੀ ਕੋਰਸ ਵਿੱਚ ਜਾਂ ਕਿਸੇ ਵੀ ਕਾਲਜ ਜਾਣ ਲਈ ਐਲੀਜੀਬਲ ਹਾਂ। ਕੈਨੇਡਾ ਦਾ ਸਿਸਟਮ, ਐਜੂਕੇਸ਼ਨ ਸਿਸਟਮ ਟੋਟਲੀ ਡਿਫਰੈਂਟ ਹੈ। ਕੈਨੇਡਾ ਦਾ ਵੀਜ਼ਾ ਪੇਪਰ ਵੇਸ ਦੀ ਤਰ੍ਹਾਂ ਹੈ, ਯਾਨੀ ਹਾਈ ਕਮਿਸ਼ਨ ਡਾਕੂਮੈਂਟ ਦੇਖਦੀ ਹੈ, ਉਹ ਯੈਸ ਔਰ ਨੋ ਕਰਦੀ ਹੈ। ਅਗਰ ਮੇਰੀ ਪ੍ਰੀਵੀਅਸ ਸਟੱਡੀ ਨਾਲ ਮੇਰੀ ਐਜੂਕੇਸ਼ਨ ਮੈਚ ਨਹੀਂ ਕਰ ਰਿਹਾ ਤਾਂ ਮੈਨੂੰ ਕੈਨੇਡਾ ਵੀਜ਼ਾ ਨਹੀਂ ਦੇਗਾ। ਅਗਰ ਮੇਰੀ ਰਿਕੁਆਇਰਮੈਂਟ ਮੀਟ ਨਹੀਂ ਕਰ ਰਹੀ, ਮੈਨੂੰ ਕੈਨੇਡਾ ਗੌਰਨਮੈਂਟ ਵੀਜ਼ਾ ਨਹੀਂ ਦੇਗੀ। ਅਸੀਂ ਕੀ ਕਰ ਰਹੇ ਹਾਂ, ਅਸੀਂ ਰਿਫਿਊਜ਼ਲ ਵਾਲੇ ਕੇਸਾਂ ਵਿੱਚ ਜ਼ਿਆਦਾਤਰ ਦੇਖਿਆ ਕਿ ਸਭ ਤੋਂ ਵੱਡਾ ਰੀਜ਼ਨ ਆਉਂਦਾ ਬੱਚੇ ਦਾ ਕੋਰਸ ਮਿਸਮੈਚ ਹੁੰਦਾ ਹੈ।
ਜਿਹੜਾ 70-80% ਰਿਫਿਊਜ਼ਲ ਆਉਂਦੀ ਆ ਕੋਰਸ ਮਿਸਮੈਚ ਕਰਕੇ ਆਉਂਦੀ ਹੈ। ਜਿਹੜੀ 10-20% ਰਿਫਿਊਜ਼ਲ ਆਉਂਦੀ ਉਹ ਦੋ ਕਾਰਨਾਂ ਤੋਂ ਆਏਗੀ, ਜਾਂ ਤਾਂ ਫਾਈਲ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਨਹੀਂ ਕੀਤਾ, ਜਾਂ SOP ਦੇ ਵਿੱਚ ਮੈਂਸ਼ਨ ਨਹੀਂ ਕੀਤਾ ਆਪਣੇ ਸਾਰਾ ਕੁਝ, ਗੈਪ ਇਹਨੂੰ ਜਸਟੀਫਾਈ ਨਹੀਂ ਕੀਤਾ। ਅਸੀਂ ਇਹਨਾਂ ਚੀਜ਼ਾਂ ਉੱਤੇ ਕੰਟੀਨਿਊ ਵਰਕ ਕਰ ਰਹੇ ਹਾਂ। ਜਿਹੜੇ ਤੁਸੀਂ ਕਹਿ ਰਹੇ 130-35 ਵੀਜ਼ੇ ਅਸੀਂ ਕੱਢੇ ਆ ਰਿਫਿਊਜ਼ਲਸ ਵਾਲੇ, ਉਹਨਾਂ ਵਿੱਚ ਇਹੀ ਪ੍ਰੋਬਲਮ ਸੀਗੀਆਂ। ਕਿਸੇ ਦਾ ਕੋਰਸ ਗਲਤ ਸੀ, ਕਿਸੇ ਦਾ ਕਾਲਜ ਗਲਤ ਸੀ, ਕਿਸੇ ਦੇ SOP 'ਚ ਮੈਂਸ਼ਨ ਨਹੀਂ ਕੀਤਾ ਸੀ, ਕਿਸੇ ਨੇ ਫਾਈਲ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ ਨਹੀਂ ਕੀਤਾ ਸੀ। ਅਸੀਂ ਉਸ ਨੂੰ ਬੈਟਰ ਕੀਤਾ, ਵੀਜ਼ਾ ਆ ਗਿਆ। ਦੂਸਰੀ ਕੈਟੇਗਰੀ ਉਹਨਾਂ ਬੱਚਿਆਂ ਦੀ ਹੁੰਦੀ ਜਿਹੜੇ ਐਲੀਜੀਬਲ ਹੀ ਨਹੀਂ ਹੁੰਦੇ। ਕੋਈ ਬੱਚਾ 2 ਚੋਂ 5.5 ਤੇ ਅਪਲਾਈ ਕਰ ਲੈਂਦਾ, ਵੀਜ਼ਾ ਰਿਫਿਊਜ਼ ਹੋ ਜਾਂਦਾ ਹੈ। ਕੋਈ ਬੱਚਾ ਲੋ PT ਸਕੋਰ ਤੇ ਅਪਲਾਈ ਕਰਦਾ, ਵੀਜ਼ਾ ਰਿਫਿਊਜ਼ ਹੁੰਦਾ। ਉਹਨਾਂ ਨੂੰ ਤਾਂ ਮੈਂ ਵੀ ਵੀਜ਼ਾ ਨਹੀਂ ਕਰਾ ਸਕਦਾ। ਜਿਹੜਾ ਐਲੀਜੀਬਲ ਬੱਚਾ ਹੈ, ਅਗਰ ਉਹਦਾ ਵੀਜ਼ਾ ਰਿਫਿਊਜ਼ ਹੋ ਜੇ ਤਾਂ ਰਿਫਿਊਜ਼ਲ ਦਾ ਕਾਰਨ ਲੱਭ ਕੇ ਅਗਰ ਬੱਚਾ ਦੁਬਾਰਾ ਪ੍ਰੈਜ਼ੈਂਟ ਕਰੇਗਾ ਉਹਨੂੰ ਵੀਜ਼ਾ ਮਿਲ ਜਾਏਗਾ। ਅਸੀਂ ਵੀ ਇਹੀ ਚੀਜ਼ ਕਰ ਰਹੇ ਹਾਂ। ਅਸੀਂ ਬੱਚਿਆਂ ਦੀ ਰਿਫਿਊਜ਼ਲ ਨੂੰ ਦੇਖਦੇ ਹਾਂ, ਉਹਦੇ ਕਾਰਨ ਲੱਭਦੇ ਹਾਂ, ਕਾਰਨ ਦੇ ਹਿਸਾਬ ਦੇ ਨਾਲ ਉਹਦਾ ਕੋਰਸ ਸਹੀ ਕਰਕੇ ਦਿੰਦੇ ਹਾਂ, ਕਾਲਜ ਸਹੀ ਕਰਦੇ ਹਾਂ, ਫਾਈਲ ਨੂੰ ਸਹੀ ਤਰੀਕੇ ਨਾਲ ਪ੍ਰੈਜ਼ੈਂਟ, ਜੋ ਕਮੀ ਹੁੰਦੀ ਹੈ ਉਹਨੂੰ ਪੂਰਾ ਕਰ ਦਿੰਦੇ ਹਾਂ। ਬੱਚਾ 2 ਸਾਲ ਦੀ ਪੜ੍ਹਾਈ ਲਈ ਐਗਜ਼ਾਮਪਲ ਪੜ੍ਹਨ ਜਾ ਰਿਹਾ, 2 ਸਾਲ ਦੀ ਪੜ੍ਹਾਈ ਦੇ ਵਿੱਚ 1 ਸਾਲ ਦੀ ਫੀਸ ਪੇ ਕਰ ਰਿਹਾ, 1 ਸਾਲ ਦੀ ਲਿਵਿੰਗ ਕਾਸਟ ਪੇ ਕਰ ਰਿਹਾ। ਉਹਨਾਂ ਦੀ ਫਾਦਰ ਮਦਰ ਦੀ ਫਾਈਨੈਂਸ਼ੀਅਲ ਸਿਰਫ 5 ਲੱਖ ਰੁਪਏ ਹੈ। ਜਿਹੜੇ ਪੇਰੈਂਟਸ ਦੀ ਇਨਕਮ ਸਾਲ ਦੀ 5 ਲੱਖ ਰੁਪਏ ਆ, ਆਪਣੇ ਅਗਲੇ ਸਾਲ ਦੀ ਫੀਸ ਕਿਵੇਂ ਭਰੇਗਾ? ਤਾਂ ਹਾਈ ਕਮਿਸ਼ਨ ਵੀਜ਼ਾ ਰਿਫਿਊਜ਼ ਕਰ ਦਿੰਦੀ। ਇੱਕ ਸਿੰਪਲ ਜਿਹਾ ਲੌਜਿਕ ਹੈ। ਬੱਚਾ ਫੀਸ ਭਰਦਾ, GIC ਨਹੀਂ ਭਰਦਾ, ਵੀਜ਼ਾ ਰਿਫਿਊਜ਼ ਹੋ ਜਾਏਗਾ। ਬੱਚੇ ਦਾ ਕੋਰਸ, ਬੱਚੇ ਨੇ ਆਲਰੇਡੀ ਇੰਡੀਆ 'ਚ ਮਾਸਟਰਸ ਕਰੀ ਹੋਈ ਹੈ, ਕੈਨੇਡਾ ਜਾ ਰਿਹਾ 2 ਸਾਲ ਦੇ ਅੰਡਰ ਗ੍ਰੈਜੂਏਟ ਪ੍ਰੋਗਰਾਮ ਲਈ, ਵੀਜ਼ਾ ਹੀ ਨਹੀਂ ਆਉਣਾ। ਇਹ ਬੜੀ ਛੋਟੀ ਛੋਟੀ ਗਲਤੀਆਂ ਜੋ ਬੱਚਾ ਕਰ ਲੈਂਦਾ ਜਾਂ ਕੰਸਲਟੈਂਟ ਕਰ ਲੈਂਦਾ। ਅਸੀਂ ਇਹਨਾਂ ਉੱਤੇ ਕੰਮ ਕਰਕੇ ਬੱਚਿਆਂ ਨੂੰ ਵੀਜ਼ਾ ਦਵਾ ਰਹੇ ਹਾਂ ਜੀ। ਸਰ ਬੜੀ ਵਾਰੀ ਨਾ ਇਦਾਂ ਹੁੰਦਾ, ਕਿਉਂਕਿ ਸਾਡੇ ਨਾ ਪੰਜਾਬ ਦੇ ਵਿੱਚ ਮੋਸਟਲੀ ਜਿਹੜੇ ਲੋਕ ਨੇ ਉਹਨਾਂ ਦੀ ਮੈਂਟੈਲਿਟੀ ਹੈ ਕਿ ਜੇ ਬੱਚੇ ਦੇ ਸਕੋਰ ਵਧੀਆ ਨਹੀਂ ਆਏ, ਜਾਂ ਜੇ ਇੱਥੇ ਦੀ ਗੱਲ ਕਰੀਏ ਕਿ ਇੱਥੇ ਕਿਸੇ ਕਾਲਜ ਐਡਮਿਸ਼ਨ ਦਵਾਉਣੀ ਆ, ਬੱਚੇ ਕੋਲੇ ਸਕੋਰ ਉਹਨੇ ਨਹੀਂ ਹੈਗੇ, ਤਾਂ ਪੇਰੈਂਟਸ ਕੀ ਕਰਦੇ ਨੇ, ਫਲਾਣੇ ਤੋਂ ਫੋਨ ਕਰਵਾ ਲਿਆ, ਜਾਂ ਉਹ ਕੀ ਕਰਦੇ ਨੇ, ਚਲੋ ਥੋੜ੍ਹੀ ਜਿਹੀ ਡੋਨੇਸ਼ਨ ਦੇ ਦਿੰਦੇ ਆ ਕਾਲਜ ਨੂੰ, ਹੋ ਜੂ ਉਹ ਚੀਜ਼। ਤਾਂ ਇੱਥੇ ਵੀ ਕਿਤੇ ਨਾ ਇੱਦਾਂ ਦੀ ਮੈਂਟੈਲਿਟੀ ਹੁੰਦੀ ਹੈ ਕਿ ਆਪਾਂ ਜਾਂ ਕੰਸਲਟੈਂਟ ਨਾਲ ਗੱਲ ਕਰਾਂਗੇ, ਉਹਦੀ ਸੈਟਿੰਗ ਹੋਣੀ ਹੈ ਕਿ ਉਹ ਕਰਵਾ ਦੂਗਾ। ਇੱਦਾਂ ਦਾ ਕੁਝ ਹੁੰਦਾ? ਬਿਲਕੁਲ ਵੀ ਨਹੀਂ ਹੁੰਦਾ, ਸੁਪਨਾ ਵੀ ਨਹੀਂ ਲੈ ਸਕਦੇ ਅਸੀਂ ਤਾਂ। ਮਤਲਬ ਤੁਸੀਂ ਸੋਚੋ ਨਾ ਕਿ ਹਾਈ ਕਮਿਸ਼ਨ ਦੀ ਇਨਵੋਲਵਮੈਂਟ ਹੈ, ਕਾਲਜਿਸ ਕੈਨੇਡਾ ਦੇ, ਫੋਰਨ ਦੇ ਕਾਲਜਿਸ ਹੈ, ਉਹਨਾਂ ਦੇ ਰਿਪਰੈਜ਼ੈਂਟੇਟਿਵ ਆਉਂਦੇ ਆ, ਆਪਣਾ ਐਡਮਿਸ਼ਨ ਰਿਕੁਆਇਰਮੈਂਟ ਦੱਸਦੇ ਆ। ਕੋਈ ਕਿਸੇ ਦੀ ਸੈਟਿੰਗ ਨਹੀਂ ਹੈ। ਕੋਈ ਬੰਦਾ ਕਹਿੰਦਾ ਜੀ ਮੈਂ ਤੁਹਾਨੂੰ, ਫਲਾਨਾ ਏਜੰਟ ਕਹਿੰਦਾ ਕਿ ਮੈਂ ਆਫਰ ਲੈਟਰ, ਇੱਕ ਕਾਲਜ ਦਾ ਐਵਰੇਜ ਟਾਈਮ 20 ਦਿਨ ਦਾ ਆਫਰ ਲੈਟਰ ਕਢਾਉਂਦਾ। ਮੈਂ ਐਗਜ਼ਾਮਪਲ ਸ਼ੇਅਰ ਕਰਦਾ। ਕੋਈ ਕਲਸਨ TV ਤੇ ਐਡ ਪਾ ਦਿੰਦਾ ਜੀ ਇਸ ਕਾਲਜ ਦੇ ਵਿੱਚ ਮੇਰੀ ਸੈਟਿੰਗ ਹੈ, ਮੈਂ 2 ਦਿਨਾਂ 'ਚ ਦਵਾ ਦਾਂਗਾ। ਆਫਰ ਲੈਟਰ ਦੀ ਗੱਲ ਕਰੋ, ਉਹ ਵੀ ਨਹੀਂ ਕੋਈ ਦਵਾ ਸਕਦਾ। ਵੀਜ਼ਾ ਤਾਂ ਬਹੁਤ ਦੂਰ ਦੀ ਗੱਲ ਹੈ। ਕਾਲਜ ਦੇ ਇੰਟਰਨਲ ਬੈਠ ਕੇ ਜੋ ਪ੍ਰੋਸੈਸਿੰਗ ਟਾਈਮ ਹੈ ਉਹ ਸਭ ਨੂੰ ਉਸ ਕਿਊ ਦੇ ਵਿੱਚ ਲੱਗਣਾ ਪਏਗਾ। ਮੈਂ ਹੋਵਾਂ, ਕੋਈ ਹੋਰ ਹੋਵੇ, ਹਰ ਇੱਕ ਨੂੰ ਉਸੇ ਕਿਊ ਜਾਣਾ ਹੈ। ਹਾਂ, ਇੱਕ ਕਾਲਜ ਹੈ ਜਿੰਦਾ ਆਫਰ ਲੈਟਰ ਸਭ ਦੇ ਲਈ 2 ਦਿਨ ਹੈ, ਸਾਡੇ ਲਈ ਵੀ 2 ਦਿਨ ਹੀ ਰਹੇਗਾ। ਬਸ ਉਹ ਕੀ ਹੈ, ਲਾਲਚ ਦਿਖਾ ਦਿੰਦੇ ਲੋਕਾਂ ਨੂੰ। ਬੱਚੇ ਕੀ ਕਹਿੰਦੇ, ਮੈਂ ਕਲਸਨ ਨੂੰ ਜਾਊਂਗਾ, ਵੱਧ ਪੈਸੇ ਦਊਂਗਾ ਤੇ ਮੇਰਾ ਵੀਜ਼ਾ ਕਰਾ ਦੇਗਾ। ਵੱਧ ਪੈਸਿਆਂ ਨਾਲ ਵੀਜ਼ਾ ਨਹੀਂ ਹੋਣਾ। ਤੁਹਾਡੇ ਡਾਕੂਮੈਂਟਸ 'ਤੇ ਵੀਜ਼ਾ ਮਿਲਣਾ ਹੈ, ਉਹ ਤੁਹਾਡੇ ਕਲਸਨ ਦੇ ਤਜਰਬਾ ਜਿਹੜਾ ਉਹਦੇ 'ਤੇ ਵੀਜ਼ਾ ਮਿਲਣਾ ਹੈ। ਤੁਹਾਡੇ ਡਾਕੂਮੈਂਟ ਕਲਸਨ ਦਾ ਜਿਹੜਾ ਐਕਸਪੀਰੀਅੰਸ ਹੈ ਉਹਦੇ ਬਿਹਾਫ 'ਤੇ ਬੱਚੇ ਨੂੰ ਵੀਜ਼ਾ ਮਿਲ ਜਾਂਦਾ ਜੀ। ਸਰ ਇੱਕ ਚੀਜ਼ ਹੋਰ ਹੁੰਦੀ ਹੈ ਕਿ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਪ੍ਰੀਵੀਅਸ ਸਟੱਡੀ ਦੇ ਨਾਲ ਅੱਗੇ ਸਟੱਡੀ ਜਿਹੜੀ ਹੈ ਮੈਚ ਕਰਨੀ ਚਾਹੀਦੀ ਹੈ, ਬਟ ਕਈ ਵਾਰੀ ਬੱਚਾ ਇਦਾਂ ਕਹਿੰਦਾ ਕਿ ਨਹੀਂ ਮੇਰਾ ਮਨ ਨਹੀਂ ਹੈ ਇਹ ਚੀਜ਼ ਕਰਨ ਦਾ, ਮੈਂ ਆਹ ਚੀਜ਼ ਕਰਨੀ ਹੈ। ਅਤੇ ਬਹੁਤ ਵਾਰੀ ਇਦਾਂ ਹੁੰਦਾ ਵੀ ਹੈ ਕਿ ਬੱਚਾ ਇੱਥੋਂ ਚਲਾ ਜਾਂਦਾ ਬਾਹਰ ਕੋਈ ਕੋਰਸ ਲੈ ਕੇ, ਉੱਥੇ ਜਾ ਕੇ ਉਹਦਾ ਮਨ ਕਰਦਾ ਕਿ ਨਹੀਂ ਮੈਂ ਚੇਂਜ ਕਰਾਂ, ਤਾਂ ਉਹ ਕਾਲਜ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਦੂਜੇ ਕਾਲਜ ਚਲਾ ਜਾਂਦਾ ਹੈ। ਇਹ ਬਹੁਤ ਨੋਰਮਲ, ਮਤਲਬ 20% ਪ੍ਰੈਕਟਿਸ ਲੋਕਾਂ ਦੀ ਇਹੀ ਹੈ। 20% ਲੋਕ ਉੱਥੇ ਆ ਕੇ ਇੱਦਾਂ ਹੀ ਕਰ ਰਹੇ। ਪਰ ਪ੍ਰੋਬਲਮ ਕੀ ਹੈ, ਬੱਚਿਆਂ ਨੂੰ ਇਹ ਸਮਝਣਾ ਚਾਹੀਦਾ ਕਿ ਜਿਹੜੇ ਕੈਨੇਡਾ ਦਾ ਲਾਅ, ਜਿਹੜੇ 700 ਬੱਚੇ ਡਿਪੋਰਟ ਦੇ ਵਿੱਚ ਖੜੇ ਆ ਲਾਈਨ ਦੇ ਵਿੱਚ, ਉਹਨਾਂ ਦਾ ਵੀ ਇਹੀ ਪ੍ਰੋਬਲਮ ਆ ਰਹੀ ਹੈ। ਤੁਸੀਂ ਕਾਲਜ ਦੇ ਕੋਰਸ ਚੇਂਜ ਨਾ ਕਰੋ ਤਾਂ ਬੈਟਰ ਹੈ, ਕਿਉਂਕਿ ਤੁਸੀਂ ਇੰਡੀਆ ਤੋਂ ਜਾਣ ਤੋਂ ਪਹਿਲਾਂ ਆਪਣੀ ਹਰ ਚੀਜ਼ ਨੂੰ ਕਲੈਰੀਫਾਈ ਕਰੋ। ਇਹ ਦੇਖੋ, ਜਿਹੜਾ ਕਲਸਨ ਐਕਚੁਅਲੀ ਕਿ ਜਦੋਂ ਇੰਡੀਆ 'ਚ ਬੱਚਾ ਹੁੰਦਾ ਨਾ, ਉਹਦਾ ਮੋਟਿਵ ਹੁੰਦਾ ਮੈਂ ਕੈਨੇਡਾ ਦਾ ਵੀਜ਼ਾ ਲੱਗ ਜਾਵੇ ਕਿਸ ਤਰੀਕੇ। ਉਹ ਕਾਲਜ ਕੋਰਸ ਲਈ ਕੁਝ ਸੋਚਦਾ ਹੀ ਨਹੀਂ। ਤੁਹਾਨੂੰ ਪਹਿਲਾਂ ਕਾਲਜ ਔਰ ਕੋਰਸ ਬਾਰੇ ਸੋਚਣਾ ਚਾਹੀਦਾ, ਉਸ ਤੋਂ ਬਾਅਦ ਵੀਜ਼ਾ ਅਪਲਾਈ ਕਰਨਾ ਚਾਹੀਦਾ ਹੈ। ਕਿਉਂਕਿ ਉੱਥੇ ਜਾ ਕੇ ਜੋ ਦਿੱਕਤਾਂ ਆਉਣਗੀਆਂ ਤੁਸੀਂ ਉਹਨੂੰ ਫੇਸ ਨਹੀਂ ਕਰ ਪਾਓਗੇ। ਬੱਚਾ ਇੱਥੋਂ ਕੈਨੇਡਾ ਜਾ ਰਿਹਾ ਕਿਸੇ ਹੋਰ ਕਾਲਜ ਦੇ ਵਿੱਚ, ਉੱਥੇ ਜਾ ਕੇ ਕਾਲਜ ਚੇਂਜ ਕਰਦਾ, ਉਹਨੂੰ ਸੇਮ ਕਾਲਜ ਵਿੱਚ ਸੀਟ ਨਹੀਂ ਮਿਲਦੀ, ਉਹਦਾ ਇਨਟੇਕ ਮਿਸ ਹੋ ਜਾਂਦਾ ਹੈ, ਉਹਦਾ ਬ੍ਰੇਕ ਹੋ ਜਾਂਦਾ ਹੈ। ਇਹ ਸਾਰੀ ਦਿੱਕਤਾਂ ਉਦੋਂ ਆਉਣਗੀਆਂ, ਪ੍ਰੋਬਲਮ ਦਾ ਸੋਲਿਊਸ਼ਨ ਮਿਲਣਾ ਹੈ ਜਦੋਂ ਤੁਸੀਂ PR ਪਾਓਗੇ। PR ਲੈਣ ਵੇਲੇ ਕੈਨੇਡੀਅਨ ਗਵਰਨਮੈਂਟ ਤੁਹਾਨੂੰ ਪੁੱਛੇਗੀ ਤੁਸੀਂ ਬ੍ਰੇਕ ਕਿਉਂ ਲਿੱਤੀ, ਤੁਸੀਂ ਕਾਲਜ ਕੋਰਸ ਚੇਂਜ ਕਿਉਂ ਕੀਤਾ। ਤਾਂ PR ਦੀ ਫਾਈਲ 'ਤੇ ਬਹੁਤ ਇੰਪੈਕਟ ਜਿਹੜਾ ਦਿੱਕਤ ਆਏਗੀ ਬੱਚਿਆਂ ਨੂੰ। ਤਾਂ ਬੱਚਿਆਂ ਨੂੰ ਚਾਹੀਦਾ ਕਿ ਜੋ ਵੀ ਚੀਜ਼ ਫਾਈਨਲ ਕਰਨੀ ਇੰਡੀਆ ਬੈਠ ਕੇ ਕਰੋ। ਜੋ ਤੁਸੀਂ ਆਫਰ ਲੈਟਰ ਅੱਜ ਅਪਲਾਈ ਕਰਨਾ 10 ਦਿਨ ਬਾਅਦ ਕਰ ਲਓ, ਤੁਸੀਂ 20 ਦਿਨ ਬਾਅਦ ਕਰ ਲਓ। ਇਨਟੇਕ ਮਿਸ ਹੁੰਦਾ ਹੋ ਲੈਣ ਦਿਓ, ਕੋਈ ਦਿੱਕਤ ਨਹੀਂ। ਕੈਨੇਡਾ ਦੇ ਵਿੱਚ ਕੋਈ ਇਸ਼ੂ ਨਹੀਂ ਵੀਜ਼ਾ ਰਿਫਿਊਜ਼ ਗੈਪ ਦਾ। ਕੈਨੇਡਾ ਗੈਪ ਦੇ ਨਾਲ ਵੀਜ਼ਾ ਵੀ ਦੇ ਰਹੀ ਹੈ, ਕੈਨੇਡਾ ਰਿਫਿਊਜ਼ਲ ਨੂੰ ਵੀਜ਼ਾ ਵੀ ਦੇ ਰਹੀ ਹੈ। ਪਰ ਸਮਝਣਾ ਬਹੁਤ ਜ਼ਰੂਰੀ ਹੈ ਕਿ ਬਾਰ-ਬਾਰ ਅਗਰ ਕਾਲਜ ਦੇ ਕੋਰਸ ਚੇਂਜ ਕਰੋਗੇ
ਤੁਹਾਡਾ ਜਿਹੜਾ ਫਿਊਚਰ ਦੇ ਵਿੱਚ ਤੁਹਾਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰੇਗਾ। ਬੱਚੇ ਨੂੰ ਚਾਹੀਦਾ ਕਿ ਇਹ ਇੰਡੀਆ ਤੋਂ ਹੀ ਹਰ ਚੀਜ਼ ਪਹਿਲਾਂ ਸੋਚ ਸਮਝ ਕੇ ਸਰਚ ਕਰਕੇ ਉਸ ਤੋਂ ਬਾਅਦ ਵੀਜ਼ਾ ਅਪਲਾਈ ਕਰਨਾ ਚਾਹੀਦਾ ਜੀ। ਸੋ ਇਹ ਇੱਕ ਨਵੀਂ ਨੋਟੀਫਿਕੇਸ਼ਨ ਜਿਹੜੀ ਹੈ ਇਹ ਆਈ ਸੀ ਕਿ ਹੁਣ 4 ਨਵੀਆਂ ਲੈਂਗੁਏਜਸ ਜਿਹੜੀਆਂ ਨੇ ਉਹ STS ਕੈਟਾਗਰੀ ਵਾਸਤੇ ਜਿਹੜੀਆਂ ਐਲੀਜੀਬਲ ਹੋ ਗਈਆਂ ਨੇ। ਤੇ ਇਸੇ ਦੇ ਨਾਲ ਹੀ ਇੱਕ ਜਿਹੜੀ ਹੈ ਇਹ ਸੋਸ਼ਲ ਮੀਡੀਆ ਦੇ ਉੱਪਰ ਵਾਇਰਲ ਹੋ ਰਹੀ ਸੀ ਚੀਜ਼ ਕਿ ਹੁਣ ਤੁਸੀਂ ਘੱਟ ਬੈਂਡ ਦੇ ਨਾਲ ਵੀ ਜਿਹੜਾ ਉਹ ਵੀਜ਼ਾ ਲੈ ਸਕਦੇ ਹੋ। ਤਾਂ ਇਹ ਜਿਹੜੀ ਹੈ ਇਹਦੇ ਤੇ ਹਜੇ ਜਿਹੜਾ ਵਿਚਾਰਨ ਦੀ ਤੁਹਾਨੂੰ ਲੋੜ ਹੈ, ਜ਼ਰੂਰ ਕੰਸਲਟੈਂਟ ਨਾਲ ਮਿਲੋ। ਤੇ ਇਸ ਦੇ ਨਾਲ ਹੀ ਤੁਹਾਡਾ ਜਿਹੜਾ ਵੀਜ਼ਾ ਹੈ ਉਹ ਰਿਫਿਊਜ਼ ਨਾ ਹੋਵੇ, ਤੁਹਾਡੇ ਚਾਂਸਿਸ ਜ਼ਿਆਦਾ ਵਧਣ, ਤਾਂ ਉਸ ਬਾਰੇ ਜਿਹੜੀਆਂ ਗੱਲਾਂ ਹੋਈਆਂ ਨੇ ਤਾਂ ਜ਼ਰੂਰ ਇਹਨਾਂ ਗੱਲਾਂ ਦਾ ਧਿਆਨ ਰੱਖੋ। ਇੱਦਾਂ ਹੀ ਹੋਰ ਇਨਫੋਰਮੇਟਿਵ ਵੀਡੀਓਜ਼ ਨਾਲ ਤੁਹਾਨੂੰ ਮਿਲਾਂਗੇ ਅਗਲੀ ਵਾਰੀ। ਦੇਖਦੇ ਰਹੋ ਦ ਸਿਟੀ ਹੈਡਲਾਈਨਸ।